ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਆਪਾਂ ਵਿਚਾਰ ਕਰ ਰਹੇ ਸੀ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਕਿ ਕਿਸ ਤਰ੍ਹਾਂ ਅਸੀਂ ਸੱਚ ਦੇ ਨਾਲ ਮਿਲੀਏ, ਕਿਵੇਂ ਅਸੀਂ ਕੂੜ ਦੀ ਕੰਧ ਆ ਜਿਹੜੀ, ਕੂੜ ਦੀ ਪਾਲ ਆ ਜਿਹੜੀ, ਕੂੜ ਦੀ ਦੀਵਾਰ ਆ ਜਿਹੜੀ, ਉਸ ਨੂੰ ਤੋੜੀਏ। ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਮੈਨੂੰ ਆਨੰਦ ਨਹੀਂ ਆਇਆ, ਮੈਥੋਂ ਗੱਲ ਮੰਨੀ ਨਹੀਂ ਜਾਂਦੀ, ਬਾਣੀ ਵੀ ਸੁਣਦੇ ਹਾਂ, ਗੁਰਬਾਣੀ ਪੜ੍ਹਦੇ ਵੀ ਹਾਂ, ਵਿਚਾਰਦੇ ਵੀ ਹਾਂ, ਪਰ ਮੰਨੀ ਨਹੀਂ ਜਾਂਦੀ ਹੈਗੀ। ਮੰਨੀ ਕਿਉਂ ਨਹੀਂ ਜਾਂਦੀ? ਕਿਉਂਕਿ ਅੰਦਰ ਇੱਕ ਕੂੜ ਦੀ ਪਾਲ ਲੱਗੀ ਹੋਈ ਆ ਜਿਹੜੀ ਕਿ ਉਸ ਨੂੰ ਮੰਨਣ ਨਹੀਂ ਦਿੰਦੀ। ਇੱਕ ਇਸ ਤਰ੍ਹਾਂ ਦਾ ਹਿਰਦੇ ਦੇ ਵਿੱਚ ਇੱਕ ਐਸੀ ਦੀਵਾਰ ਬਣੀ ਹੋਈ ਆ ਜਿਹੜੀ ਉਸ ਗੁਰੂ ਦੀ ਆਵਾਜ਼ ਨੂੰ ਸੁਣਨ ਨਹੀਂ ਦਿੰਦੀ ਹੈਗੀ। ਗੁਰੂ ਜੀ ਦੀ ਆਵਾਜ਼ ਤੇ ਹਮੇਸ਼ਾ ਸਾਨੂੰ ਮਿਲਦੀ ਆ, ਹਾਕ ਤੇ ਸਾਨੂੰ ਹਰ ਰੋਜ਼ ਪੈਂਦੀ ਆ ਕਿ ਪਰ ਅਸੀਂ ਉਹ ਦੀਵਾਰ ਦੇ ਗ੍ਰਿਫਤ ਵਿੱਚ ਆਏ ਹੋਣ ਕਰਕੇ ਅਸੀਂ ਉਸ ਨੂੰ ਸੁਣ ਨਹੀਂ ਸਕਦੇ ਹੈਗੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਗੁਰੂ ਸਾਹਿਬ ਕਹਿੰਦੇ ਕਿ ਭਾਈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਭਾਈ ਜਿਹੜਾ ਹੁਕਮ ਆ ਪਰਮਾਤਮਾ ਦਾ, ਜਦੋਂ ਅਸੀਂ ਉਸ ਹੁਕਮ ਨੂੰ ਗੁਰੂ ਦੀ ਮੱਤ ਦੇ ਨਾਲ ਸਮਝਦੇ ਹਾਂ ਅਤੇ ਉਹਦੀ ਰਜ਼ਾ ਦੇ ਵਿੱਚ ਚੱਲਣਾ ਕਰਦੇ ਹਾਂ, ਮਹਾਰਾਜ ਕਹਿੰਦੇ ਕਿ ਭਾਈ ਇਸ ਤਰ੍ਹਾਂ ਤੇਰੀ ਜ਼ਿੰਦਗੀ ਵਿੱਚੋਂ ਕੂੜ ਦੀ ਜਿਹੜੀ ਕੰਧ ਆ, ਕੂੜ ਦੀ ਪਾਲ ਆ ਜਿਹੜੀ, ਟੁੱਟਦੀ ਜਾਏਗੀ ਅਤੇ ਤੇਰਾ ਜੀਵਨ ਸੱਚਿਆਰ ਵੱਲ ਹੁੰਦਾ ਜਾਏਗਾ। ਸੋ ਅੱਗੇ ਮਹਾਰਾਜ ਕਹਿੰਦੇ ਨੇ ਕਿ ਭਾਈ ਹੁਕਮ ਦੇ ਵਿੱਚ ਹੀ ਜਿਹੜੇ ਆਕਾਰ ਨੇ, ਆਕਾਰ ਤੋਂ ਭਾਵ ਜਿੰਨੇ ਜੀਵ ਜੰਤੂ, ਜਿੰਨੇ ਆਕਾਰ ਸੰਸਾਰ ਦੇ ਵਿੱਚ ਬਣੇ ਹੋਏ ਨੇ, ਇਹ ਉਸ ਵਾਹਿਗੁਰੂ ਹੁਕਮੀ ਦਾ ਮਤਲਬ ਪਰਮਾਤਮਾ ਤੋਂ ਹੁਕਮੀ ਹੋਵਨ ਦਾ ਮਤਲਬ ਸਹਿਜ ਸੁਭਾਅ ਦੇ ਵਿੱਚ ਬਣੇ ਹੋਏ ਨੇ। ਹੁਕਮੀ ਹੋਵਨ ਆਕਾਰ, ਪਰ ਉਹ ਹੁਕਮ ਨਾ ਕਹਿਆ ਜਾਈ। ਜਿਹੜਾ ਹੁਕਮ ਆ ਉਸ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਕਹਿਆ ਨਹੀਂ ਜਾ ਸਕਦਾ, ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਹੁਕਮੀ ਹੋਵਨ ਆਕਾਰ, ਜਿਸ ਕਿਸੇ ਦਾ ਆਕਾਰ ਬਣ ਗਿਆ, ਉਹ ਆਕਾਰ ਵਾਲਾ ਉਸ ਆਕਾਰ ਬਣਾਉਣ ਵਾਲੇ ਬਾਰੇ ਨਹੀਂ ਦੱਸ ਸਕਦਾ। ਪਿਤਾ ਕਾ ਜਨਮ ਕੇ ਜਾਣੇ ਪੂਤ, ਜਿਵੇਂ ਕੋਈ ਪਿਤਾ ਦੇ ਜਨਮ ਬਾਰੇ ਪੁੱਤਰ ਨਹੀਂ ਦੱਸ ਸਕਦਾ, ਉਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਭਾਈ ਹੁਕਮੀ ਹੋਵਨ ਆਕਾਰ, ਉਸ ਹੁਕਮੀ ਤੋਂ ਜੋ ਆਕਾਰ ਬਣੇ ਹੋਏ ਨੇ, ਆਕਾਰ ਆ ਜਿਹੜਾ, ਜੜਤਾ ਜਿਹੜੀ, ਉਹ ਚੇਤਨਤਾ ਬਾਰੇ ਨਹੀਂ ਦੱਸ ਸਕਦੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਅਤੇ ਜਿਹੜਾ ਹੁਕਮ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਸ਼ਬਦਾਂ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ। ਮਹਾਰਾਜ ਕਹਿੰਦੇ ਨੇ ਕਿ ਹੁਕਮੀ ਹੋਵਨ ਜੀਆ, ਜਿੰਨੇ ਵੀ ਜੀਵ ਜੰਤ ਨੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋਵਨ ਹੋਏ ਨੇ, ਭਾਵ ਕਿ ਵਰਤੇ ਹੋਏ ਨੇ। ਹੁਕਮੀ ਹੋਵਨ ਜੀਆ, ਹੁਕਮ ਮਿਲੈ ਵਡਿਆਈ। ਉਹਨਾਂ ਦੇ ਹੁਕਮ ਦੇ ਵਿੱਚ ਜਿਨ੍ਹਾਂ ਨੇ ਹੁਕਮ ਦੇ ਵਿੱਚ ਚੱਲਣਾ ਕੀਤਾ, ਜਿਨ੍ਹਾਂ ਨੇ ਹੁਕਮ ਦੀ ਰਜ਼ਾ ਨੂੰ ਮੰਨਣਾ ਕੀਤਾ, ਉਸ ਰਜ਼ਾ ਦੇ ਨਾਲ, ਮੰਨਣ ਦੇ ਨਾਲ ਜਿਹੜੀ ਉਹਨਾਂ ਨੂੰ ਵਡਿਆਈ ਮਿਲਣੀ ਸੀਗੀ। ਹੁਕਮ ਮਿਲੈ, ਹੁਕਮ ਰਜਾਈ ਚੱਲਣਾ। ਜਿਨ੍ਹਾਂ ਨੇ ਹੁਕਮ ਦੇ ਵਿੱਚ ਚੱਲਣਾ ਕੀਤਾ, ਉਸ ਰਜ਼ਾ ਨੂੰ ਮੰਨਣਾ ਕੀਤਾ, ਉਸ ਭਾਣੇ ਨੂੰ ਮੰਨਣਾ ਕੀਤਾ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਉਹ ਹੁਕਮ ਦੇ ਚੱਲਣ ਦੇ ਨਾਲ ਜੋ ਵਡਿਆਈ ਮਿਲਦੀ ਆ, ਮਹਾਰਾਜ ਕਹਿੰਦੇ ਉਹ ਵੀ ਉਸ ਪਰਮਾਤਮਾ ਦੇ ਹੁਕਮ ਵਿੱਚ ਮਿਲਦੀ ਆ। ਭਾਈ ਹੁਕਮੀ ਉੱਤਮ ਨੀਚ, ਹੁਕਮ ਦੇ ਵਿੱਚ ਜਿਹੜੇ ਉਸ ਵਾਹਿਗੁਰੂ ਦੇ ਹੁਕਮ ਨੂੰ ਮੰਨਦੇ ਨੇ, ਮਹਾਰਾਜ ਕਹਿੰਦੇ ਨੇ ਕਿ ਭਾਈ ਉਹ ਉੱਤਮ ਹੋ ਜਾਂਦੇ ਨੇ, ਉਹ ਜੀਵਨ ਦੇ ਵਿੱਚ ਤਤ ਬੀਤੇ ਹੋ ਜਾਂਦੇ ਨੇ। ਭਾਈ ਇਸੇ ਕਰਕੇ ਹੁਕਮੀ ਉੱਤਮ ਨੀਚ ਜਾਤ ਹਰ ਜਪਦੇ ਆ, ਉੱਤਮ ਪਦ ਵੀ ਪਾਏ ਜਿਹੜੇ ਉਹਦੇ ਹੁਕਮ ਨੂੰ ਮੰਨਦੇ ਨੇ। ਪੁੱਛੋ ਬਿਦਰ ਦਾਸੀ ਸੁਤੇ, ਕਿਸਨ ਉਤਰਿਆ ਘਰ ਜਿਸ ਜਾਏ। ਭਗਵਾਨ ਜੀ ਜਾ ਕੇ ਉਹਦੇ ਘਰ ਵਿੱਚ ਉਤਰੇ। ਉੱਤਮ ਨੀਚ,
ਉਹ ਨੀਚ ਨਹੀਂ ਰਹਿੰਦੇ ਬਲਕਿ ਉੱਤਮ ਰਹਿ ਜਾਂਦੇ ਨੇ, ਜਿਹੜੇ ਗੁਰੂ ਦੇ ਭਾਣੇ ਨੂੰ ਮੰਨਦੇ ਨੇ, ਗੁਰੂ ਦੇ ਹੁਕਮ ਨੂੰ ਮੰਨਦੇ ਨੇ, ਗੁਰੂ ਦੇ ਸ਼ਬਦ ਨੂੰ ਮੰਨਦੇ ਨੇ। ਮਹਾਰਾਜ ਨੇ ਫਿਰ ਅੱਗੇ ਇੱਕ ਹੋਰ ਸਾਨੂੰ ਬੜੇ ਦੁਰਲੱਭ ਅਰਥ ਦਿੱਤੇ ਕਿ ਹੁਕਮੀ ਉੱਤਮ ਨੀਚ ਹੁਕਮ ਲਿਖ। ਜੇਕਰ ਹੁਕਮ ਦੇ ਵਿੱਚ ਕੋਈ ਉਹਨਾਂ ਤੋਂ ਗਲਤੀ ਹੋ ਗਈ, ਹੁਕਮ ਮੰਨਦਿਆਂ, ਰਜਾ ਵਿੱਚ ਚੱਲਦਿਆਂ, ਭਾਣੇ ਵਿੱਚ ਚੱਲਦਿਆਂ ਉਹਨਾਂ ਤੋਂ ਕੋਈ ਕਰਮ ਮਾੜਾ ਲਿਖਿਆ ਗਿਆ, ਹੁਕਮ ਲਿਖਿਆ ਗਿਆ, ਹੁਕਮ ਕਰਮ ਮਾੜਾ ਲਿਖਿਆ ਗਿਆ, ਭਾਗ ਕੋਈ ਮਾੜਾ ਲਿਖਿਆ ਗਿਆ ਤੇ ਉਹਦੇ ਵਿੱਚ ਦੁੱਖ ਆ ਗਿਆ। ਹੁਕਮ ਲਿਖ ਦੁੱਖ, ਜਿਹੜਾ ਹੁਕਮ ਦੇ ਵਿੱਚ ਲਿਖਿਆ ਹੋਇਆ ਦੁੱਖ ਆ। ਪਰ ਜੇਕਰ ਅੱਜ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਆਇਆ ਹੋਇਆ, ਕੋਈ ਸਮੱਸਿਆ ਆਈ ਹੋਈ ਆ, ਤੇ ਸਾਡੇ ਕੋਲੇ ਇੱਕ ਚਾਰਾ ਮਹਾਰਾਜ ਦੱਸਦੇ ਨੇ ਕਿ ਤੂੰ ਭਾਈ ਅੱਜ ਉਹਦੇ ਵਿੱਚੋਂ ਕਿਸ ਤਰ੍ਹਾਂ ਨਿਕਲ ਸਕਦਾ ਆ। ਹੁਕਮ ਲਿਖ ਦੁੱਖ, ਉਹ ਜਿਹੜਾ ਹੁਣ ਤੇਰੇ ਕਰਮ 'ਚ ਅੱਜ ਦੀ ਘੜੀ ਆਇਆ ਹੋਇਆ, ਤੂੰ ਉਸ ਵਾਹਿਗੁਰੂ ਦਾ ਹੁਕਮ ਮੰਨਣਾ, ਭਾਣਾ ਮੰਨਣਾ ਸ਼ੁਰੂ ਕਰ ਦੇ ਤੇ ਇਹ ਗੱਲ ਮੂੰਹ ਦੇ ਨਾਲ ਬੋਲਣੀ ਸ਼ੁਰੂ ਕਰ ਦੇ। ਕੀ ਬੋਲਣੀ ਸ਼ੁਰੂ ਕਰ ਦੇ ਜੀ? ਜੋ ਹੋਆ ਹੋਵਤ ਸੋ ਜਾਣੇ। ਇਹ ਗੱਲ ਮੂੰਹੋਂ ਬੋਲਣੀ ਸ਼ੁਰੂ ਕਰ ਦੇ। ਮਹਾਰਾਜ ਪਰਮਾਤਮਾ ਜੋ ਵੀ ਹੋਇਆ, ਜੋ ਹੋਆ, ਜੋ ਹੁਣ ਤੱਕ ਹੋਇਆ, ਜੋ ਇਹਦੋਂ ਪਿੱਛੇ ਹੋਇਆ ਜਾਂ ਜੋ ਕੱਲ੍ਹ ਨੂੰ ਹੋਏਗਾ, ਜੋ ਹੋਆ ਹੋਵਤ ਇਹਨੇ ਹੋਣਾ ਹੀ ਸੀ, ਸੋ ਜਾਣੇ। ਇਹ ਗੱਲ ਨੂੰ ਸਮਝਣੀ ਸ਼ੁਰੂ ਕਰ ਦੇ। ਜੇ ਤੂੰ ਆਪਦੇ ਦੁੱਖ ਦਾ ਨਿਪਟਾਰਾ ਚਾਹੁੰਦਾ, ਜੇ ਤੂੰ ਬੰਦ ਖਲਾਸੀ ਚਾਹੁੰਦਾ, ਜਿਹੜੇ ਸਮੇਂ ਦੇ ਵਿੱਚ ਤੂੰ ਅੱਜ ਫਸਿਆ ਹੋਇਆ, ਜੇ ਇੱਥੋਂ ਭਾਈ ਤੂੰ ਉੱਤਮ ਹੋਣਾ ਚਾਹੁੰਦਾ, ਤੂੰ ਇਸ ਦੁੱਖ ਸੁੱਖ ਦੇ ਚੱਕਰ ਵਿੱਚੋਂ ਨਿਕਲਣਾ ਚਾਹੁੰਦਾ, ਹੁਕਮ ਲਿਖ ਦੁੱਖ। ਜੇ ਕੋਈ ਕਰਮ ਦਾ ਮਾੜਾ ਦੁੱਖ ਆ ਗਿਆ ਤਾਂ ਇਹਨੂੰ ਤੂੰ ਸੁੱਖ ਦੇ ਵਿੱਚ ਬਦਲ ਲਾ। ਸੁੱਖ ਪਾਈਆ ਹੈ, ਉਹ ਦੁੱਖ ਨੂੰ ਪਰਮਾਤਮਾ ਨੇ ਸੁੱਖ ਵਿੱਚ ਬਦਲ ਦੇਣਾ ਜਦੋਂ ਤੂੰ ਗੁਰੂ ਦੇ ਅੱਗੇ ਇਹ ਗੱਲ ਮੰਨਣੀ ਸ਼ੁਰੂ ਕਰ ਦੇਗਾ ਕਿ ਹੇ ਵਾਹਿਗੁਰੂ ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਮੇਰੇ ਲਈ ਹੁਕਮ ਕੀਆ ਕਿ ਮੈਨੂੰ ਤੂੰ ਜੋ ਵੀ ਦਿੱਤਾ, ਜਿੱਥੇ ਵੀ ਤੂੰ ਮੈਨੂੰ ਰੱਖਿਆ ਹੋਇਆ ਪਰਮਾਤਮਾ ਜੀ, ਮੈਂ ਸ਼ੁਕਰਾਨੇ ਵਿੱਚ ਰਹਿਣਾ, ਮੈਂ ਤੇਰੇ ਧੰਨ ਵਿੱਚ ਰਹਿਣਾ, ਧੰਨਵਾਦ ਵਿੱਚ ਰਹਿਣਾ। ਸੋ ਉਸ ਵਕਤ ਉਹ ਲਿਖਿਆ ਹੋਇਆ ਦੁੱਖ, ਜਿਹੜਾ ਕਰਮ ਦਾ ਲਿਖਿਆ ਹੋਇਆ ਸੀ, ਗਲਤੀ ਤਾਂ ਹੁਣ ਸਾਡੀ ਸੀ, ਫਿਰ ਜਿਹੜਾ ਉਹ ਵਾਹਿਗੁਰੂ ਹੁਕਮੀ ਉੱਤਮ ਨੀਚ, ਜਿਹੜਾ ਉੱਤਮ ਨੀਚਾਂ ਨੂੰ ਉੱਤਮ ਕਰਨ ਵਾਲਾ ਪਰਮਾਤਮਾ, ਉਹ ਤੇਰੇ ਦੁੱਖ ਨੂੰ ਕੱਟ ਕੇ ਕੀ ਬਣਾ ਦੇਗਾ? ਸੁੱਖ ਦੇ ਵਿੱਚ ਬਦਲ ਕੇ ਪਾਈਆ ਹੈ ਤੇਰੀ ਝੋਲੀ ਦੇ ਵਿੱਚ ਪਾ ਦੇਗਾ। ਸੋ ਮਹਾਰਾਜ ਨੇ ਬੜਾ ਪਿਆਰਾ ਸਾਨੂੰ ਸਮਝਾਇਆ ਹੁਕਮ ਦੇ ਬਾਰੇ। ਮਾੜੀ ਮਾੜੀ ਗੱਲ ਤੇ ਕੰਪਲੇਂਟ ਬੰਦਾ ਕਰਨ ਲੱਗ ਜਾਂਦਾ, ਪਰ ਅਸੀਂ ਗੁਰਬਾਣੀ ਨੂੰ ਸਮਝਣ ਦੀ ਬਜਾਏ ਅਸੀਂ ਮਤਲਬ ਕੰਪਲੇਂਟ ਕਰਦੇ ਹਾਂ, ਕਿਉਂ ਇੰਨਾ ਚਿਰ ਬਾਣੀ ਪੜ੍ਹਨੀ ਆ, ਕਿਉਂ ਵਿਚਾਰ ਕਰਨੀ ਆ। ਸੋ ਮਹਾਰਾਜ ਨੇ ਇਸੇ ਕਰਕੇ ਕਿਹਾ ਭਾਈ ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਤਾਰਿਆ, ਤੇਰਾ ਤਰਨ ਹੋਏਗਾ, ਤੇਰੀ ਜ਼ਿੰਦਗੀ ਦੇ ਵਿੱਚ ਅੰਮ੍ਰਿਤ ਵਰਸੇਗਾ। ਸੋ ਮਹਾਰਾਜ ਨੇ ਦੱਸਿਆ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ, ਸੁੱਖ ਪਾਈ ਹੈ। ਉਹ ਜਿਹੜਾ ਲਿਖਿਆ ਹੋਇਆ ਦੁੱਖ ਆ ਉਹ ਕਾਹਦੇ ਵਿੱਚ ਬਦਲ ਜਾਏਗਾ ਜੀ? ਸੁੱਖ ਦੇ ਵਿੱਚ ਬਦਲ ਜਾਏਗਾ। ਅੱਗੇ ਮਹਾਰਾਜ ਨੇ ਫਿਰ ਸਾਨੂੰ ਬੜਾ ਦੁਰਲੱਭ ਮੀਨਿੰਗ ਸਾਨੂੰ ਦੱਸੇ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਜੇ ਅੱਜ ਦੀ ਘੜੀ ਕੋਈ ਤੇਰੀ ਜ਼ਿੰਦਗੀ ਦੇ ਵਿੱਚ ਬੇਚੈਨੀ, ਕੋਈ ਸਟ੍ਰੈਸ ਆਈ ਹੋਈ ਆ, ਕੋਈ ਜ਼ਿੰਦਗੀ ਦੇ ਵਿੱਚ ਤਾਪ ਆਇਆ ਹੋਇਆ, ਕੋਈ ਪ੍ਰੋਬਲਮ ਆਈ ਹੋਈ ਆ, ਤਾਂ ਇੱਕ ਕੰਮ ਕਰ, ਧੀਰਜ ਰੱਖ ਤੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਉਸ ਵਾਹਿਗੁਰੂ ਦਾ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਵਾਹਿਗੁਰੂ ਜੀ ਇਹ ਤੇਰਾ ਹੁਕਮ ਆ ਕੋਈ, ਮੈਨੂੰ ਤੇਰੀ ਮੱਤ ਦੇ ਨਾਲ ਚਲਾਉਣਾ ਕਰ। ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ, ਹੁਣ ਇੱਕ ਨਾ ਕੌਣ ਹੋ ਗਏ? ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨ ਲਿਆ। ਅੱਜ ਦੇ ਸਮੇਂ ਵਿੱਚ ਗੁਰੂ ਦੇ ਭਾਣੇ ਨੂੰ ਮੰਨ ਕੇ ਉਹਨਾਂ ਨੇ ਕੀ ਕਰਿਆ ਜੀ? ਇੱਕ ਨਾ, ਉਹ ਜਿਨ੍ਹਾਂ ਨੇ ਮੰਨ ਲਿਆ, ਇਹ ਬਹੁਤ ਬਿਰਲੇ ਹੋਣਗੇ, ਬਹੁਤ ਘੱਟ ਹੋਣਗੇ। ਬੰਦਾ ਆਪਦੇ ਦਿਮਾਗ ਨਾਲ ਚੱਲਦਾ, ਮੈਂ ਇੱਦਾਂ ਪਲਾਨ ਕਰਨਾ ਬਹੁਤ ਚੰਗੀ ਗੱਲ ਆ, ਕਰਨਾ ਚਾਹੀਦਾ, ਪਰ ਉਸ ਦੇ ਉੱਪਰ ਵਿਸ਼ਵਾਸ ਸਾਡਾ ਗੁਰੂ 'ਤੇ ਬਣਿਆ ਰਹੇ। ਤੁਸੀਂ ਜੋ ਵੀ ਪਲਾਨ ਕਰੋ ਗੁਰੂ 'ਤੇ ਵਿਸ਼ਵਾਸ ਬਣਿਆ ਰਹੇ। ਇਹ ਗੱਲ ਸਾਨੂੰ ਬਹੁਤ ਜ਼ਰੂਰੀ ਆ ਕਿ ਜੇਕਰ ਅਸੀਂ ਮੁਨਾਫੇ ਦੇ ਵਿੱਚ ਖੁਸ਼ ਨਹੀਂ ਹੋਵਾਂਗੇ ਅਤੇ ਜੇਕਰ ਅਸੀਂ ਘਾਟੇ ਦੇ ਵਿੱਚ ਫਿਰ ਰੋਵਾਂਗੇ ਨਹੀਂ, ਸਾਨੂੰ ਬਿਮਾਰੀ ਨਹੀਂ ਕੋਈ ਲੱਗੂਗੀ। ਇਸ ਕਰਕੇ ਪਲਾਨ ਕਰੋ ਦਿਮਾਗ ਨਾਲ, ਜਿੰਨਾ ਮਰਜ਼ੀ ਗੁਰੂ ਤੋਂ ਆਗਿਆ ਲੈ ਕੇ ਕਰੋ,
ਪਰ ਵਿਸ਼ਵਾਸ ਵਾਹਿਗੁਰੂ 'ਤੇ ਹੋਵੇ ਕਿ ਜੇਕਰ ਵਾਹਿਗੁਰੂ ਜੀ ਕੋਈ ਕਿਰਤ ਦਾ ਕੰਮ ਕਰਿਆ, ਉਹ ਚੱਲ ਗਿਆ, ਤੇਰਾ ਸ਼ੁਕਰ ਆ। ਜੇ ਉਹਦੇ ਵਿੱਚ ਕੋਈ ਨੁਕਸਾਨ ਹੋ ਗਿਆ ਪਰਮਾਤਮਾ ਜੀ, ਤਾਂ ਉਹ ਤੁਸੀਂ ਮੇਰੇ ਲਈ ਚੰਗਾ ਕੀਤਾ ਹੋਏਗਾ ਕੰਮ। ਸੋ ਮਹਾਰਾਜ ਕਹਿੰਦੇ ਕਿ ਇੱਕ ਨਾ ਜਿਹੜੇ ਉਸ ਹੁਕਮੀ ਦੇ ਇਸ ਗੱਲ ਨੂੰ ਮੰਨ ਲੈਂਦੇ ਨੇ, ਹੁਕਮ ਨੂੰ ਮੰਨ ਲੈਂਦੇ ਨੇ, ਇੱਕ ਨਾ ਹੁਕਮੀ ਜਿਨ੍ਹਾਂ ਨੇ ਗੁਰੂ ਦੀ ਕਹੀ ਹੋਈ ਗੱਲ ਮੰਨ ਲਈ ਜ਼ਿੰਦਗੀ ਦੇ ਵਿੱਚ। ਕੀ ਗੱਲ ਮੰਨ ਲਈ ਜੀ? ਜੋ ਹੋਆ ਹੋਵਤ ਸੋ ਜਾਣੇ, ਮੰਨ ਲਈ ਗੱਲ ਉਹਨਾਂ ਨੇ। ਉਹਨਾਂ ਨੂੰ ਕੀ ਮਿਲਦੀ ਆ? ਬਖਸ਼ੀਸ ਮਿਲਦੀ ਆ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਾਦਰ ਤੇਰੀ ਬਖਸ਼ੀਸ। ਉੱਥੇ ਬਖਸ਼ਿਸ਼ ਮਿਲਦੀ ਆ, ਦਇਆ ਮਿਲਦੀ ਆ, ਰਹਿਮ ਮਿਲਦਾ। ਅਤੇ ਫਿਰ ਉਹਨਾਂ ਨੂੰ ਉਹ ਵਾਹਿਗੁਰੂ ਹੁਕਮੀ, ਇੱਕ ਹੁਕਮੀ ਉਹ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ, ਬਿਰਲੇ ਲੋਕਾਂ ਨੇ, ਹੈ ਨਾ। ਹੁਕਮੀ ਸਦਾ ਭਵਾਈ ਹੈ, ਉਹਨਾਂ ਦਾ ਦੁੱਖਾਂ ਵੱਲੋਂ ਮੂੰਹ ਭਵਾ ਦਿੰਦਾ ਪਰਮਾਤਮਾ। ਜਿਹੜੇ ਪਾਸੇ ਨੂੰ ਸਟਰੈਸ ਆ, ਮਤਲਬ ਤਨਹਾਈ ਆ, ਜਿਹੜੇ ਪਾਸੇ ਨੂੰ ਜ਼ਿੰਦਗੀ ਦੇ ਕਲਾ ਕਲੇਸ਼ ਨੇ, ਉਹਨਾਂ ਦੇ ਵੱਲੋਂ ਉਹ ਹੁਕਮੀ ਵਾਹਿਗੁਰੂ ਉਹਨਾਂ ਦਾ ਮੂੰਹ ਹੀ ਭਵਾ ਦਿੰਦਾ। ਦੁੱਖਾਂ ਵੱਲ ਉਹਦੀ ਪਿੱਠ ਕਰਾ ਦਿੰਦਾ ਅਤੇ ਖੁਸ਼ੀਆਂ ਵੱਲ, ਖੇੜਿਆਂ ਵੱਲ, ਜੀਵਨ ਵੱਲ ਉਸ ਵਾਹਿਗੁਰੂ ਉਸ ਗੁਰਸਿੱਖ ਦਾ ਮੂੰਹ ਕਰਵਾ ਦਿੰਦਾ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਜਿਹੜੇ ਭਾਈ ਉਸ ਵਾਹਿਗੁਰੂ ਦਾ ਹੁਕਮ ਨਹੀਂ ਮੰਨਦੇ, ਫਿਰ ਉਹਨਾਂ ਨੂੰ ਕੀ ਕਰਦਾ? ਉਹ ਦੂਜਾ ਅਰਥ ਬਣ ਗਿਆ ਭਵਾਈਏ ਦਾ। ਇੱਕ ਹੁਕਮੀ ਸਦਾ ਭਵਾਈ ਹੈ, ਉਹਨਾਂ ਨੂੰ ਦੁੱਖਾਂ ਦੇ ਵਿੱਚ, ਚੱਕਰ ਦੇ ਵਿੱਚ, ਕਲੇਸ਼ਾਂ ਦੇ ਵਿੱਚ ਉਹਨਾਂ ਨੂੰ ਹੋਰ ਟਵਾਏ ਦੇਈ ਜਾਂਦਾ, ਉਹ ਹੋਰ ਦੁਨਿਆਵੀ ਖੇਡਾਂ ਦੇਈ ਜਾਂਦਾ। ਭਾਈ ਤੂੰ ਆਹ ਲੈ ਲਾ, ਆਹ ਲੈ ਲਾ, ਆਹ ਲੈ ਲਾ। ਉਹ ਉਹਦੇ ਵਿੱਚ ਉਲਝ ਕੇ ਹੀ ਮੈਂ ਮੇਰੀ ਕਰਦੇ ਕਰਦੇ, ਮੇਰੀ ਕਰਦੇ ਕਰਦੇ ਉਹਦੇ ਵਿੱਚ ਉਲਝਦੇ ਹੀ ਭਵਾਈ ਹੈ, ਚੱਕਰ ਕੱਟਦੇ ਫਿਰੀ ਜਾਂਦੇ ਨੇ। ਜੰਮਣ ਦੇ ਵਿੱਚ ਚੱਕਰ ਰਹਿੰਦੇ ਨੇ, ਮਰਨ ਦੇ ਵਿੱਚ ਚੱਕਰ ਰਹਿੰਦੇ ਨੇ। ਕੌਣ ਚਾਹੁੰਦਾ ਕਿ ਮੈਂ ਬਾਰ-ਬਾਰ ਇੱਥੇ ਆਵਾਂ ਸੰਸਾਰ ਦੇ ਵਿੱਚ? ਕਲਾ ਕਲੇਸ਼, ਕਿਤੇ ਲੜਾਈਆਂ, ਕਿਤੇ ਕਾਤਲ, ਕਿਤੇ ਹਉਮੈ ਹੰਕਾਰ। ਕੌਣ ਚਾਹੁੰਦਾ ਵੀ ਮੈਂ ਮੁੜ ਕੇ ਇੱਥੇ ਆਵਾਂ? ਕੋਈ ਨਹੀਂ ਚਾਹੁੰਦਾ। ਮੈਂ ਤਾਂ ਚਾਹੁੰਦਾ ਨਹੀਂ ਹੈਗਾ, ਮੈਨੂੰ ਲੱਗਦਾ ਤੁਸੀਂ ਵੀ ਨਹੀਂ ਚਾਹੁੰਦੇ ਹੋਵੋਗੇ, ਹੈ ਨਾ। ਅਤੇ ਮਹਾਰਾਜ ਕਹਿੰਦੇ ਨੇ ਕਿ ਇੱਕ ਹੁਕਮੀ ਸਦਾ ਭਵਾਈਏ। ਜੇ ਅਸੀਂ ਹੁਣ ਇਹ ਜੀਵਨ ਦੇ ਵਿੱਚ ਇਹ ਗੁਰੂ ਦੀ ਗੱਲ ਮੰਨ ਲੈਂਦੇ ਹਾਂ, ਸਾਡਾ ਇਹ ਸੰਸਾਰ ਵੱਲੋਂ, ਦੁਨਿਆਵੀ ਚੀਜ਼ਾਂ ਵੱਲੋਂ ਸਾਡਾ ਗੁਰੂ ਮੂੰਹ ਭਵਾ ਕੇ ਆਪਦੇ ਵੱਲ ਕਰ ਲਏਗਾ, ਸਾਨੂੰ ਭਾਵ ਗੁਰਮੁਖ ਬਣਾ ਦੇਗਾ। ਪਰ ਜੇਕਰ ਅਸੀਂ ਉਹਦੇ ਹੁਕਮ ਨੂੰ ਨਹੀਂ ਮੰਨਾਂਗੇ, ਮਹਾਰਾਜ ਕਹਿੰਦੇ ਇੱਕ ਹੁਕਮੀ ਸਦਾ ਭਵਾਈਏ। ਫਿਰ ਤੇਰਾ ਹੁਕਮ, ਉਹ ਹੁਕਮੀ ਵਾਹਿਗੁਰੂ ਮਨਮੁਖਤਾ ਵੱਲ ਮੂੰਹ ਕਰ ਦੇਗਾ। ਅਤੇ ਫਿਰ ਜਿੰਨੇ ਜਨਮ ਜੰਮੀ ਜਾਈ, ਮਰੀ ਜਾਈ, ਮਰੀ ਜਾਈ, ਜੰਮੀ ਜਾਈ, ਜੰਮੀ ਜਾਈ, ਮਰੀ ਜਾਈ, ਅਤੇ ਦੁੱਖ ਕਲੇਸ਼ ਦੇ ਵਿੱਚ ਦੁਖੀ ਹੁੰਦਾ ਜਾਈ। ਕਦੇ ਉਹਦੇ ਨਾਲ ਲੜ, ਕਦੇ ਉਹਦੇ ਨਾਲ ਲੜ, ਕਦੇ ਕਾਮ ਦੇ ਵਿੱਚ ਫਸੀ ਜਾਈ, ਕ੍ਰੋਧ ਕੁੱਟੀ ਜਾਊਗਾ, ਤੈਨੂੰ ਹੰਕਾਰ ਮਾਰੀ ਜਾਊਗਾ, ਲੋਭ ਮੋਹ ਈਰਖਾ ਦਵੈਸ਼ ਤੰਗ ਕਰੀ ਜਾਊਗੀ, ਹੈ ਨਾ। ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਦੇ ਵਿੱਚ ਭਾਈ ਸਦਾ ਤੂੰ ਭਵਦਾ ਰਹੇਗਾ। ਮਹਾਰਾਜ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਧਿਆਨ ਰੱਖੀ ਭਾਈ ਇਹ ਗੱਲ ਦਾ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਇਹ ਸਾਰਾ ਕੁਛ ਭਾਣੇ ਵਿੱਚ ਚੱਲ ਰਿਹਾ, ਤੇਰੇ ਚਲਾਏ ਤੋਂ ਕੁਛ ਨਹੀਂ ਚੱਲ ਰਿਹਾ ਉਸ ਵਾਹਿਗੁਰੂ ਦੇ ਭਾਣੇ ਵਿੱਚ ਚੱਲ ਰਿਹਾ। ਹੁਕਮੇ ਅੰਦਰ, ਹੁਕਮ ਦੇ ਵਿੱਚ ਚੱਲ ਰਿਹਾ। ਤੂੰ ਰੋ ਲਾ, ਤੂੰ ਖੁਸ਼ ਹੋ ਲਾ, ਤੂੰ ਸ਼ੁਕਰਾਨਾ ਕਰ ਲਾ, ਤੂੰ ਕੰਪਲੇਂਟ ਕਰ ਲਾ। ਇਹ ਹੁਣ ਤੂੰ ਚੋਇਸ ਕਰਨੀ ਆ, ਇੱਕ ਤੂੰ ਚੋਣ ਕਰਨੀ ਆ ਵੀ ਮੈਂ ਸ਼ੁਕਰਾਨਾ ਕਰਨਾ ਜਾਂ ਮੈਂ ਕੰਪਲੇਂਟਾਂ ਕਰਨੀਆਂ ਨੇ। ਪਰ ਹੁਕਮੇ ਅੰਦਰ ਸਭ ਕੋ, ਤੂੰ ਕੰਪਲੇਂਟ ਕਰ ਲਾ, ਫੇਰ ਵੀ ਉਹਨੇ ਹੋ ਕੇ ਹਟਣਾ। ਤੂੰ ਸ਼ੁਕਰਾਨਾ ਕਰ ਲਾ, ਤੇਰਾ ਦੁੱਖ ਜਲਦੀ ਕੱਟਿਆ ਜਾਣਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜੇ ਤੂੰ ਕਹੇ ਕੋਈ ਮੈਂ ਆਪਣੀ ਮੱਤ ਦੇ ਨਾਲ ਕੁਛ ਕਰ ਲੂੰਗਾ, ਹੋਣਾ ਨਹੀਂ, ਹੋਏਗਾ ਉਹੀ ਜੋ ਉਸ ਵਾਹਿਗੁਰੂ ਨੇ ਤੇਰੇ ਲਈ ਉਲੀਕਿਆ ਹੋਇਆ ਆ, ਹੈ ਨਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਣ ਮਹਾਰਾਜ ਕਹਿੰਦੇ ਨੇ ਕਿ ਨਾਨਕ ਹੁਕਮੇ ਜੇ ਬੁੱਝੇ ਦਾ ਮਤਲਬ ਤੈਨੂੰ ਤੇਰੇ ਅੰਦਰ ਉਹਦੀ ਸਮਝ ਵੜ ਗਈ। ਜੇ ਤੇਰੇ ਅੰਦਰ ਉਸ ਦਾਤੇ ਦੀ ਕਿਰਪਾ ਦੇ ਨਾਲ ਇਹ ਗੱਲ ਪਤਾ ਲੱਗ ਗਈ ਕਿ ਜੋ ਵੀ ਸੰਸਾਰ ਵਿੱਚ ਹੋ ਰਿਹਾ ਉਹ ਪਰਮਾਤਮਾ ਦੇ ਭਾਣੇ ਵਿੱਚ ਹੋ ਰਿਹਾ, ਔਰ ਉਹਦੇ ਵਿੱਚ ਮੇਰੇ ਘਰੇ ਤੋਂ ਕੁਛ ਨਹੀਂ ਹੋ ਰਿਹਾ। ਜੇਕਰ ਮੇਰੇ ਘਰੇ ਤੋਂ ਕੁਛ ਨਹੀਂ ਹੋ ਰਿਹਾ ਹੈਗਾ ਤਾਂ ਮੈਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ, ਬੁੱਝ ਲੈਣੀ ਚਾਹੀਦੀ ਆ। ਹੁਣ ਕੁਐਸਚਨ ਆ, ਜੇ ਹੋ ਗਿਆ ਉਹ ਬੰਦੇ ਜਿਹੜਿਆਂ ਨੇ ਇਹ ਕੁਐਸਚਨ ਬੁੱਝ ਲਿਆ, ਜਿਨ੍ਹਾਂ ਨੇ ਇਹ ਹੁਕਮ ਬੁੱਝ ਲਿਆ। ਨਾਨਕ ਹੁਕਮੈ ਜੇ ਬੁੱਝੈ, ਜਿਨ੍ਹਾਂ ਨੇ ਇਹ ਹੁਕਮ ਬੁੱਝ ਲਿਆ ਤਾਂ ਮਹਾਰਾਜ ਕੀ ਕਹਿੰਦੇ?
ਤਾਂ ਹਉਮੈ ਕਹੇ ਨਾ ਕੋਏ। ਜਿਨ੍ਹਾਂ ਨੇ ਇਹ ਹੁਕਮ ਨੂੰ ਬੁੱਝ ਲਿਆ, ਜਿਨ੍ਹਾਂ ਦੀ ਸਮਝ ਵਿੱਚ ਆ ਗਿਆ, ਜਿਨ੍ਹਾਂ ਨੇ ਇਹ ਹੁਕਮ ਸੁਣ ਲਿਆ, ਜਿਨ੍ਹਾਂ ਨੇ ਹੁਕਮ ਸੁਣ ਕੇ ਮੰਨ ਲਿਆ ਅਤੇ ਮੰਨ ਕੇ ਇਹਦੇ ਵਿੱਚ ਪ੍ਰੇਮ ਰੱਖਿਆ, ਫਿਰ ਉਹ ਕਦੇ ਹਉਮੈ ਨਹੀਂ ਕਹਿੰਦੇ ਹੈਗੇ। ਹਉਮੈ ਕਹੇ ਨਾ ਕੋਈ ਦਾ ਮਤਲਬ ਕੀ ਬਣ ਗਿਆ? ਉਹ ਹਉਮੈ ਨਹੀਂ ਕਹਿੰਦੇ ਹੈਗੇ, ਭਾਵ ਕਿ ਉਹ ਕਿਸੇ ਚੀਜ਼ ਦਾ ਮਾਣ ਨਹੀਂ ਕਰਦੇ। ਜਦੋਂ ਉਹਨਾਂ ਨੂੰ ਮਾਣ ਮਿਲਦਾ, ਸਤਿਕਾਰ ਮਿਲਦਾ, ਕੋਈ ਵਡਿਆਈ ਮਿਲਦੀ ਆ, ਤਾਂ ਉਸੇ ਵਕਤ ਗੁਰੂ ਜੀ ਦੇ ਅੱਗੇ ਅਰਪਣ ਕਰ ਦਿੰਦੇ ਨੇ ਕਿ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਿ ਇੱਥੇ ਕੋਈ ਮੇਰਾ ਨਾਮ ਨਹੀਂ ਜਾਣੇਗਾ। ਸੋ ਗੁਰੂ ਮਹਾਰਾਜ ਨੇ ਬੜਾ ਪਿਆਰਾ ਸਾਨੂੰ ਸ਼ਬਦ ਦਿੱਤਾ ਕਿ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਗੁਰੂ ਮਹਾਰਾਜ ਕਿਰਪਾ ਕਰਨ ਕਿ ਜੇ ਤਾਂ ਇਹ ਭਾਈ ਬੁੱਝ 'ਚ ਆ ਗਈ ਗੱਲ, ਫਿਰ ਤਾਂ ਇਹ ਕੰਧ ਢਹਿ ਜੇਗੀ, ਕੂੜ ਦੀ ਕੰਧ ਢਹਿ ਜੇਗੀ ਅਤੇ ਜੀਵਨ ਸੱਚ ਵੱਲ ਨੂੰ ਚਲਾ ਜਾਏਗਾ। ਪਰ ਜੇ ਇਹ ਬੁੱਝ 'ਚ ਨਾ ਆਈ, ਫਿਰ ਹੁਕਮੈ ਸਦਾ ਭਵਾਈ ਹੈ। ਫਿਰ ਹੁਕਮ ਦੇ ਵਿੱਚ ਭਾਈ ਇਹ ਇਨਸਾਨ ਭਵਦਾ ਰਹੂਗਾ, ਜੰਮਦਾ ਰਹੂਗਾ, ਮਰਦਾ ਰਹੂਗਾ। ਪਰ ਆਪਾਂ ਨੇ ਹੁਣ ਇਹ ਚੋਇਸ ਜ਼ਰੂਰ ਕਰਨੀ ਆ ਕਿ ਮੈਂ ਜੀਵਨ ਪਰਮਾਤਮਾ ਦੇ ਅਕੋਰਡਿੰਗਲੀ ਜੀਣਾ ਜਾਂ ਮੈਂ ਮੇਰੀ ਮਨ ਮੱਤ ਦੇ ਮੁਤਾਬਕ ਜੀਣਾ ਆ। ਕੁਐਸਚਨ ਹੁਣ ਸਾਡੇ 'ਤੇ ਆ। ਅੱਜ ਦਾ ਦਿਹਾੜਾ ਸਾਨੂੰ ਦੁਰਲੱਭ ਮਿਲਿਆ ਹੋਇਆ, ਜੀਵਨ ਬੜਾ ਕੀਮਤੀ ਆ। ਜੋ ਅੱਜ ਮਿਲਿਆ ਔਧ ਘਟੈ ਦਿਨ ਸਰੈਣਾ ਰੇ। ਔਧ ਦਿਨ ਨੂੰ ਵੀ ਘਟਦੀ ਆ ਅਤੇ ਰਾਤ ਨੂੰ ਵੀ ਘਟਦੀ ਆ, ਹੈ ਨਾ। ਸੋ ਹੁਣ ਗੁਰੂ ਮਹਾਰਾਜ ਦੀ ਆਪਾਂ ਅਰਦਾਸ ਕਰੀਏ ਕਿ ਮਹਾਰਾਜ ਮੈਨੂੰ ਤੁਸੀਂ ਆਪਦੀ ਮੱਤ ਨਾਲ ਚਲਾਓ। ਮੈਂ ਆਪਦੀ ਮੱਤ ਨਾਲ ਬਹੁਤ ਚੱਲ ਕੇ ਦੇਖ ਲਿਆ, ਜਿਵੇਂ ਤੁਸੀਂ ਮੈਨੂੰ ਆਪਦੀ ਮੱਤ ਨਾਲ ਚਲਾਓਗੇ। ਗੁਰੂ ਮਹਾਰਾਜ ਕਹਿੰਦੇ ਨੇ ਕਿ ਭਾਈ ਜਿੱਦਾਂ ਤੂੰ ਇਹ ਗੱਲ ਨੂੰ ਮੰਨ ਲਏਗਾ, ਬੁੱਝ ਲਏਗਾ, ਉੱਦਾਂ ਤੇਰੀ ਹਉਮੈ ਹੀ ਖਤਮ ਹੋ ਜਾਣੀ ਆ। ਸੋ ਬੜਾ ਪਿਆਰਾ ਸ਼ਬਦ ਮਹਾਰਾਜ ਨੇ ਦਿੱਤਾ। ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कोई अवर न तेरी पाते, अवर न तेरी